ਸੋ ਕਿਸਾਨ ਅੰਦੋਲਨ ਨਵੇਂ ਸਾਲ ਵਿੱਚ ਵੀ ਜਾਰੀ ਹੈ। ਤੁਸੀਂ ਸਾਰਿਆਂ ਨੇ ਅਖਬਾਰਾਂ ਤੇ ਖਬਰਾਂ ਵਿੱਚ ਪੜ੍ਹ ਸੁਣ ਲਿਆ ਹੋਣਾ ਕਿ ਕਿਸਾਨ ਅੰਦੋਲਨ ਕਿਵੇਂ ਦਿਨ ਬ ਦਿਨ ਅੱਗੇ ਵੱਧਦਾ ਜਾ ਰਿਹਾ ਹੈ, ਕਿੱਥੇ ਪਹੁੰਚ ਗਿਆ ਹੈ, ਕਿੰਨਾ ਵੱਡਾ ਹੋ ਗਿਆ ਹੈ। ਇੱਕ ਟਰੈਕਟਰ ਮਾਰਚ ਹੋ ਗਿਆ ਅਤੇ 26 ਜਨਵਰੀ ਨੂੰ ਵੱਡੇ ਟਰੈਕਟਰ ਮਾਰਚ ਅਤੇ ਪਰੇਡ ਦੀ ਤਿਆਰੀ ਵੀ ਹੋ ਰਹੀ ਹੈ। ਪਰ ਅਜਿਹੇ ਵਿੱਚ ਲੋਕਾਂ ਦੇ ਮਨਾਂ ਵਿੱਚ, ਸਾਡੇ ਸਾਰਿਆਂ ਦੇ ਮਨਾਂ ਵਿੱਚ ਕਿਸਾਨ ਅੰਦੋਲਨ ਸੰਬੰਧੀ ਹਾਲੇ ਵੀ ਬਹੁਤ ਜਾਣਨ ਦੀ ਇੱਛਾ ਹੈ ਕਿ ਅਸਲ 'ਚ ਹੁਣ ਅੰਦੋਲਨ ਕਿੱਥੇ ਪਹੁੰਚਾ ਹੈ, ਕਿ ਸਰਕਾਰ ਹੁਣ ਕੀ ਸੋਚ ਰਹੀ ਹੈ, ਕਿਸਾਨ ਜਥੇਬੰਦੀਆਂ ਕੀ ਸੋਚ ਕੇ ਅਗਲੀ ਰਣਨੀਤੀ ਤਿਆਰ ਕਰ ਰਹੀਆਂ ਨੇ। ਸੋ ਕਿਸਾਨ ਅੰਦੋਲਨ ਦੀ ਗੱਲ ਹੁਣ ਕਿੱਥੇ ਖੜੀ ਹੈ, ਜ਼ਰੂਰ ਸੁਣੋ ਅਤੇ ਸਮਝੋ ਅੱਜ ਦੇ ਐਪੀਸੋਡ ਵਿੱਚ। ਜੋ ਦਰਸ਼ਕ ਅੱਜ ਸਾਡੇ ਨਾਲ ਨਵੇਂ ਜੁੜ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਨੋਟੀਫਿਕੇਸ਼ਨ ਵੀ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੇ ਸਾਰੇ ਐਪੀਸੋਡਸ ਦੀ ਜਾਣਕਾਰੀ ਤੁਹਾਨੂੰ ਨਾਲੋਂ ਨਾਲ ਮਿਲਦੀ ਰਹੇ। ਸੋ ਕਿਸਾਨ ਅੰਦੋਲਨ ਪਹਿਲਾਂ ਵਾਂਗ ਜਾਰੀ ਹੈ। ਸਾਲ ਬਦਲੀ ਹੋ ਗਿਆ ਪਰ ਅੰਦੋਲਨ ਲਗਾਤਾਰ ਚੱਲ ਰਿਹਾ ਹੈ। ਗੱਲਬਾਤ ਦੇ ਕਈ ਗੇੜ ਹੋ ਚੁੱਕੇ ਨੇ ਪਰ ਗੱਲਬਾਤ ਕਿਸੇ ਬੰਨੇ ਕੰਢੇ ਨਹੀਂ ਲੱਗੀ, ਕੋਈ ਸਿੱਟਾ ਨਹੀਂ ਨਿਕਲਿਆ। ਸਾਡੀ ਸਰਕਾਰ ਗੱਲਬਾਤ ਵੀ ਕਰਦੀ ਹੈ ਅਤੇ ਨਾਲ ਇਹ ਵੀ ਕਹਿੰਦੇ ਆ ਕਿ ਕਾਨੂੰਨ ਵਾਪਸ ਨਹੀਂ ਹੋਣਗੇ। ਕਿਸਾਨ ਜਥੇਬੰਦੀਆਂ ਗੱਲਬਾਤ ਲਈ ਜਾ ਰਹੀਆਂ ਨੇ ਪਰ ਵਾਰ-ਵਾਰ ਉਹਨਾਂ ਦੀ ਮੰਗ ਇਹੀ ਆ ਕਿ ਕਾਨੂੰਨ ਵਾਪਸ ਲਓ ਅਤੇ ਇੱਥੋਂ ਹੀ ਗੱਲਬਾਤ ਸ਼ੁਰੂ ਹੋਊਗੀ, ਇੱਥੋਂ ਹੀ ਕੋਈ ਹੱਲ ਨਿਕਲਣ ਦੀ ਸੰਭਾਵਨਾ ਹੈ। ਸੋ ਜਦ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਉੱਤੇ ਕਾਇਮ ਨੇ, ਅਜਿਹੇ ਵਿੱਚ ਗੱਲਬਾਤ ਦਾ ਕੋਈ ਸਿੱਟਾ ਨਹੀਂ ਸੀ ਨਿਕਲਣਾ। ਇਹਦੇ ਬਾਵਜੂਦ ਹੁਣ ਸਾਡੇ ਸਾਰਿਆਂ ਦੇ ਮਨ 'ਚ ਇਹ ਸਵਾਲ ਜ਼ਰੂਰ ਉੱਠਦਾ ਹੋਊਗਾ ਕਿ ਗੱਲਬਾਤ ਫਿਰ ਹੋ ਕਿਉਂ ਰਹੀ ਹੈ। ਜਦ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਉੱਤੇ ਕਾਇਮ ਹੈ ਤਾਂ ਫਿਰ ਗੱਲਬਾਤ ਕਿਉਂ ਹੋ ਰਹੀ ਹੈ, ਦਾ ਕੀ ਫਾਇਦਾ ਹੈ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅੰਦੋਲਨ ਜਿੰਨਾ ਲੰਮਾ ਸਮਾਂ ਚੱਲੂਗਾ ਉਨਾ ਸਰਕਾਰ ਉੱਤੇ ਦਬਾਅ ਬਣੂਗਾ। ਸਰਕਾਰ ਉੱਤੇ ਦਬਾਅ ਬਣਿਆ ਵੀ ਹੈ। ਸਰਕਾਰ ਦੀ ਕਾਫੀ ਥਾਂ ਕਿਰਕਰੀ ਵੀ ਹੋ ਰਹੀ ਹੈ। ਸਰਕਾਰ ਕਾਨੂੰਨ ਤਾਂ ਵਾਪਸ ਲੈਣਾ ਨਹੀਂ ਚਾਹੁੰਦੀ, ਇਹ ਤਾਂ ਸਪਸ਼ਟ ਆ। ਸੋ ਅਜਿਹੇ ਵਿੱਚ ਕਿਸਾਨ ਜੋ ਧਰਨੇ ਉੱਤੇ ਡਟੇ ਹੋਏ ਆ ਉਹਨਾਂ ਨਾਲ ਗੱਲਬਾਤ ਸਰਕਾਰ ਵੱਲੋਂ ਇਸ ਲਈ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸਰਕਾਰ ਨੂੰ ਇਹ ਸਵਾਲ ਨਾ ਪੁੱਛੇ ਕਿ ਤੁਸੀਂ ਅੰਦੋਲਨ ਨੂੰ ਖਤਮ ਕਰਨ ਦੇ ਲਈ ਜਾਂ ਸ਼ਾਂਤ ਕਰਨ ਲਈ ਕੁਝ ਕੀਤਾ ਕਿਉਂ ਨਹੀਂ। ਸਿਰਫ ਇਸੇ ਸਵਾਲ ਦਾ ਜਵਾਬ ਦੇਣ ਲਈ ਸਰਕਾਰ ਗੱਲਬਾਤ ਕਰ ਰਹੀ ਹੈ ਕਿ ਅਸੀਂ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇੱਕ ਤਰ੍ਹਾਂ ਨਾਲ ਕਾਰਵਾਈ ਪਾਉਣ ਲਈ ਜਾਂ ਸਿਰਫ ਮੂੰਹ ਰੱਖਣ ਦੇ ਲਈ ਸਰਕਾਰ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ। ਦੂਜੇ ਬੰਨੇ ਕਿਸਾਨ ਜਥੇਬੰਦੀਆਂ, ਉਹਨਾਂ ਬਾਰੇ ਵੀ ਕਈ ਲੋਕੀ ਸਵਾਲ ਪੁੱਛਦੇ ਆ ਕਿ ਜੇ ਉਹਨਾਂ ਨੂੰ ਪਤਾ ਹੀ ਆ ਕਿ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਣਾ, ਸਰਕਾਰ ਨੇ ਕਾਨੂੰਨ ਵਾਪਸ ਨਹੀਂ ਲੈਣੇ, ਤਾਂ ਕਿਸਾਨ ਜਥੇਬੰਦੀਆਂ ਗੱਲਬਾਤ ਲਈ ਕਿਉਂ ਜਾਂਦੀਆਂ, ਕਿਉਂ ਗੱਲ ਕਰ ਰਹੇ ਆ। ਕਿਸਾਨ ਵੀ ਇਸ ਲਈ ਗੱਲਬਾਤ ਵਿੱਚ ਜਾ ਰਹੇ ਆ ਤਾਂ ਕਿ ਸਰਕਾਰ ਜਾਂ ਸਰਕਾਰੀ ਧਿਰ ਜਾਂ ਸਰਕਾਰ ਦੀਆਂ ਹੋਰ ਹਮਖਿਆਲੀ ਧਿਰਾਂ ਕੱਲ੍ਹ ਨੂੰ ਇਹ ਨਾ ਕਹਿਣ ਕਿ ਕਿਸਾਨਾਂ ਨੇ ਗੱਲਬਾਤ ਨਹੀਂ ਕੀਤੀ ਜਾਂ ਉਹ ਅੜੀਅਲ ਰਵੱਈਏ ਉੱਤੇ ਕਾਇਮ ਸੀ ਜਾਂ ਉਹਨਾਂ ਨੇ ਸਰਕਾਰ ਦੀ ਗੱਲ ਨਹੀਂ ਸੁਣੀ। ਅਗਲੀ ਗੱਲ ਹੈ ਸਰਕਾਰ ਦੀ ਨੀਤੀ ਇਸ ਵੇਲੇ ਕਿਹੋ ਜਿਹੀ ਹੈ, ਸਰਕਾਰ ਕੀ ਸੋਚ ਰਹੀ ਹੈ ਅਤੇ ਕਿਵੇਂ ਇਸ ਮਾਮਲੇ 'ਚ ਅੱਗੇ ਵਧ ਰਹੀ ਹੈ, ਇਹ ਵੀ ਸੋਚਣਾ ਬਣਦਾ ਹੈ। ਦਰਅਸਲ ਸਰਕਾਰ ਨੇ ਹੁਣ ਤਾਈਂ ਹਰ ਹਰਬਾ ਹਰ ਹੀਲਾ ਵਸੀਲਾ ਵਰਤ ਕੇ ਵੇਖ ਲਿਆ। ਪਹਿਲਾਂ ਰੋਕਾਂ ਲਾਈਆਂ, ਕਿਸਾਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ, ਕਿਹਾ ਕਿ ਤੁਹਾਨੂੰ ਦਿੱਲੀ ਆਉਣ ਹੀ ਨਹੀਂ ਦੇਣਾ। ਹਰ ਤਰ੍ਹਾਂ ਦੇ ਹੱਥਕੰਡੇ ਉਹਨਾਂ ਨੇ ਸ਼ੁਰੂ ਵਿੱਚ ਵਰਤੇ ਸੀ ਪਰ ਜਦੋਂ ਕਿਸਾਨ ਦਿੱਲੀ ਪਹੁੰਚ ਹੀ ਗਏ, ਅੰਦੋਲਨ ਲੱਗ ਗਿਆ, ਫਿਰ ਉਹਨਾਂ ਉੱਤੇ ਇਲਜ਼ਾਮ ਲਾਏ, ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਤਰ੍ਹਾਂ ਦੇ ਏਜੰਡੇ ਸਰਕਾਰ ਨੇ ਆਪਣੇ ਬਣਾ ਕੇ ਕਿਸਾਨਾਂ ਨੂੰ ਮੀਡੀਆ ਦੇ ਰਾਹੀਂ ਉਹਨਾਂ ਉੱਪਰ ਕਈ ਤਰ੍ਹਾਂ ਦੇ ਠੱਪੇ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਇਹ ਸਾਰੀਆਂ ਚਾਲਾਂ ਨਹੀਂ ਚੱਲੀਆਂ, ਕੋਈ ਕੋਸ਼ਿਸ਼ ਕਾਮਯਾਬ ਨਹੀਂ ਹੋਈ ਤਾਂ ਫਿਰ ਉਹਨਾਂ ਨੂੰ ਗੱਲਬਾਤ ਵੱਲ ਮੁੜਨਾ ਪਿਆ ਸੀ ਦਸੰਬਰ ਮਹੀਨੇ। ਇਸ ਤੋਂ ਬਾਅਦ ਗੱਲਬਾਤ ਚੱਲਦੀ ਹੋਣ ਦੇ ਬਾਵਜੂਦ ਪੰਜਾਬ ਅਤੇ ਹਰਿਆਣੇ ਵਿੱਚ ਅੰਦੋਲਨ ਵੱਧਦਾ ਦੇਖ ਕੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਵੀ ਦੁਬਾਰਾ ਉਛਾਲਿਆ ਗਿਆ ਤਾਂ ਕਿ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਰਮਿਆਨ ਕੁਝ ਦਰਾੜ ਖੜੀ ਕੀਤੀ ਜਾ ਸਕੇ, ਪਰ ਇਹਦਾ ਵੀ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਸਰਕਾਰ ਨੇ ਆਪਣੀਆਂ ਪਿੱਠੂ ਅਤੇ ਪਿੱਛ ਲੱਗੂ ਕੁਝ ਗਿਣਤੀ ਦੀਆਂ ਕਿਸਾਨ ਜਥੇਬੰਦੀਆਂ ਨੂੰ ਆਪਣੇ ਨਾਲ ਤੋਰ ਕੇ ਕਾਨੂੰਨਾਂ ਦੇ ਫਾਇਦੇ ਗਿਰਾਉਣ ਦੀ ਕੋਸ਼ਿਸ਼ ਕੀਤੀ। ਕਾਨੂੰਨਾਂ ਦੇ ਹੱਕ ਵਿੱਚ ਮੀਡੀਆ ਰਾਹੀਂ ਇੱਕ ਮਾਹੌਲ ਖੜਾ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਕੇ ਵੇਖ ਲਈ ਪਰ ਉਹਦਾ ਵੀ ਕੋਈ ਅਸਰ ਨਹੀਂ ਹੋਇਆ। ਇਹ ਸਾਰੀ ਯੋਜਨਾ ਠੁੱਸ ਹੋ ਕੇ ਰਹਿ ਗਈ। ਹੁਣ ਜਦੋਂ ਸਰਕਾਰ ਦੀ ਹਰ ਕੋਸ਼ਿਸ਼ ਨਾਕਾਮਯਾਬ ਸਾਬਤ ਹੋਈ ਹੈ ਇਸ ਅੰਦੋਲਨ ਨੂੰ ਰੋਕਣ ਲਈ ਤਾਂ ਗੱਲਬਾਤ ਦੇ ਗੇੜ ਤਾਂ ਚਲਾਏ ਜਾ ਰਹੇ ਆ ਪਰ ਨਾਲ ਦੀ ਨਾਲ ਹੋਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਅੰਦੋਲਨ ਨੂੰ ਲਮਕਾਉਣ ਦੀਆਂ ਜਾਂ ਕਿਸਾਨਾਂ ਨੂੰ ਅਪੀਲਾਂ ਕਰਕੇ ਮੋੜਨ ਦੀਆਂ ਵੀ ਕੀਤੀਆਂ ਜਾ ਰਹੀਆਂ ਪਰ ਇਹਨਾਂ ਦਾ ਵੀ ਕਿਸਾਨਾਂ ਉੱਤੇ ਫਿਲਹਾਲ ਕੋਈ ਅਸਰ ਨਹੀਂ ਹੋ ਰਿਹਾ। ਇਸ ਦੌਰਾਨ ਕਈ ਵਾਰੀ ਇਹ ਚਰਚਾ ਚੱਲੀ ਸੀ ਕਿ ਸਰਕਾਰ ਸਖਤੀ ਵਰਤ ਸਕਦੀ ਹੈ ਕਿਸਾਨਾਂ ਉੱਪਰ। ਸਖਤੀ ਵਰਤਣ ਦਾ ਫਿਲਹਾਲ ਸਰਕਾਰ ਦੇ ਕੋਲ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ ਕਿਉਂਕਿ ਅੰਦੋਲਨ ਨੂੰ ਹੁਣ ਲੋਕਾਂ ਦਾ ਸਮਰਥਨ ਮਿਲ ਚੁੱਕਾ ਹੈ। ਦੂਜੀ ਗੱਲ, ਅੰਦੋਲਨ ਬਹੁਤ ਸ਼ਾਂਤਮਈ ਹੈ, ਇਸ ਕਰਕੇ ਸਖਤੀ ਸਰਕਾਰ ਨਹੀਂ ਵਰਤ ਸਕਦੀ, ਇਹ ਗੱਲ ਪੱਕੀ ਹੈ ਕਿਉਂਕਿ ਜਿਸ ਅੰਦੋਲਨ ਨੂੰ ਲੋਕਾਂ ਦਾ ਸਮਰਥਨ ਅਤੇ ਹਮਦਰਦੀ ਮਿਲਣੀ ਸ਼ੁਰੂ ਹੋ ਜਾਵੇ ਉਹਦੇ ਉੱਪਰ ਸਖਤੀ ਵਰਤਣਾ ਸੌਖਾ ਕੰਮ ਨਹੀਂ ਹੁੰਦਾ। ਇਸ ਦੌਰਾਨ ਬੀਤੇ 2-3 ਦਿਨਾਂ ਤੋਂ ਸਰਕਾਰ ਵੱਲੋਂ ਇੱਕ ਨਵੀਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਵਿਚੋਲਗੀ। ਕੁਝ ਧਾਰਮਿਕ ਸ਼ਖਸੀਅਤਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ
ਸਰਕਾਰ ਦੀ ਗੱਲਬਾਤ ਦੇ ਵਿੱਚ ਵਿਚੋਲਗੀ ਦੀ ਭੂਮਿਕਾ ਨਿਭਾਉਣ। ਪੰਜਾਬ ਤੋਂ ਦੋ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਦੇ ਨਾਂ ਇਸ ਸੰਬੰਧੀ ਚਰਚਾ ਵਿੱਚ ਆਏ ਨੇ ਕਿ ਉਹਨਾਂ ਨੂੰ ਆਉਂਦੇ ਦਿਨਾਂ ਦੌਰਾਨ ਵਿਚੋਲਗੀ ਲਈ ਕਿਸਾਨਾਂ ਦੇ ਮੂਹਰੇ ਕੀਤਾ ਜਾ ਸਕਦਾ ਹੈ, ਪਰ ਕਿਸਾਨਾਂ ਨੇ ਫਿਰ ਇਹ ਗੱਲ ਸਪਸ਼ਟ ਕੀਤੀ ਹੋਈ ਹੈ ਕਿ ਜਦ ਸਰਕਾਰ ਦੇ ਨਾਲ ਸਾਡੀ ਸਿੱਧੀ ਗੱਲਬਾਤ ਚੱਲ ਰਹੀ ਹੈ ਤਾਂ ਵਿਚੋਲਗੀ ਦੀ ਕੋਈ ਲੋੜ ਨਹੀਂ ਹੈ। ਇਸੇ ਕਰਕੇ ਕਿਸਾਨ ਨਾ ਤਾਂ ਕਿਸੇ ਦੀ ਵਿਚੋਲਗੀ ਚਾਹੁੰਦੇ ਨੇ ਅਤੇ ਨਾ ਹੀ ਇਹ ਚਾਹੁੰਦੇ ਨੇ ਕਿ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਵਿਚੋਲਗੀ ਕਰੇ, ਕਿਉਂਕਿ ਗੱਲਬਾਤ ਸਰਕਾਰ ਦੇ ਨਾਲ ਸਿੱਧੀ ਉਹਨਾਂ ਦੀ ਹੋ ਰਹੀ ਆ। ਅਜਿਹੇ ਵਿੱਚ ਸਰਕਾਰ ਜਦੋਂ ਵਿਚੋਲਗੀ ਦੀ ਗੱਲ ਕਰਦੀ ਹੈ ਤਾਂ ਇੱਕ ਤਰ੍ਹਾਂ ਨਾਲ ਅੰਦੋਲਨ ਨੂੰ ਖਤਮ ਕਰਨ ਦੀ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਸਾਨ ਇਸ ਮੁੱਦੇ ਉੱਤੇ ਵੀ ਪੂਰੀ ਤਰ੍ਹਾਂ ਸਪਸ਼ਟ ਨੇ ਕਿ ਕਿਸੇ ਵੀ ਕਿਸਮ ਦੀ ਵਿਚੋਲਗੀ ਉਹਨਾਂ ਨੂੰ ਪ੍ਰਵਾਨ ਨਹੀਂ ਹੈ। ਇਸ ਦੌਰਾਨ ਹੁਣ ਜੋ ਮਾਹੌਲ ਚੱਲ ਰਿਹਾ ਉਹਦੇ ਵਿੱਚ ਇੱਕ ਦੋ ਜ਼ਰੂਰੀ ਚੀਜ਼ਾਂ ਹੋਰ ਨੇ ਜਿਨ੍ਹਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਣਾ। ਉਹ ਨੇ ਚੋਣਾਂ, ਇਲੈਕਸ਼ਨਸ। ਦੋ ਸੂਬੇ ਅਜਿਹੇ ਨੇ ਜਿਨ੍ਹਾਂ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਅੰਦੋਲਨ ਦਾ ਭਵਿੱਖ ਸਰਕਾਰ ਵੱਲੋਂ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਇੱਕ ਤਾਂ ਪੱਛਮੀ ਬੰਗਾਲ, ਵੈਸਟ ਬੰਗਾਲ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਤੇ ਉੱਥੇ ਭਾਰਤੀ ਜਨਤਾ ਪਾਰਟੀ ਜੋ ਕੇਂਦਰ ਵਿੱਚ ਸਰਕਾਰ ਚਲਾ ਰਹੀ ਉਹਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਉੱਥੇ ਸੱਤਾ ਪਲਟਣੀ ਹੈ, ਕਿ ਉੱਥੇ ਸੱਤਾ ਹਾਸਲ ਕਰਨੀ ਹੈ। ਇਸੇ ਨਿਸ਼ਾਨੇ ਨੂੰ ਮੁੱਖ ਰੱਖਦਿਆਂ ਸਰਕਾਰ ਫਿਲਹਾਲ ਅੰਦੋਲਨ ਦੇ ਮੂਹਰੇ ਗੋਡੇ ਟੇਕਣ ਦੀ ਗੱਲ ਤੋਂ ਗੁਰੇਜ਼ ਕਰ ਰਹੀ ਹੈ, ਕਿਉਂਕਿ ਇਹਦਾ ਅਸਰ ਪੱਛਮੀ ਬੰਗਾਲ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਪੈ ਸਕਦਾ ਹੈ। ਠੀਕ ਇਸੇ ਤਰ੍ਹਾਂ ਪੰਜਾਬ ਵਿੱਚ ਅਗਲੇ ਸਾਲ ਯਾਨੀ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਵੀ ਹੁਣੇ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਆਸੀ ਹਾਲਾਤ ਇਨੀ ਦਿਨੀ ਬਹੁਤ ਤੇਜ਼ੀ ਨਾਲ ਬਦਲ ਰਹੇ ਆ ਅਤੇ ਅੰਦੋਲਨ ਦਾ ਭਵਿੱਖ ਵੀ ਪੰਜਾਬ ਦੇ ਆਉਣ ਵਾਲੇ ਸਿਆਸੀ ਮਾਹੌਲ ਅਤੇ ਖਾਸ ਕਰ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰੂਗਾ। ਇਹ ਗੱਲ ਸਾਰੀਆਂ ਸਿਆਸੀ ਧਿਰਾਂ ਜਾਣਦੀਆਂ ਅਤੇ ਸਭ ਤੋਂ ਚੰਗੀ ਤਰ੍ਹਾਂ ਇਸ ਗੱਲ ਦਾ ਅਹਿਸਾਸ ਜੇ ਕਿਸੇ ਪਾਰਟੀ ਨੂੰ ਹੋ ਗਿਆ ਤਾਂ ਉਹ ਕੇਂਦਰ ਵਿੱਚ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਹੈ। ਇਸ ਲਈ ਪੱਛਮੀ ਬੰਗਾਲ ਅਤੇ ਪੰਜਾਬ ਇਹਨਾਂ ਦੋਹਾਂ ਸੂਬਿਆਂ ਦੀ ਸਿਆਸਤ ਅਤੇ ਚੋਣਾਂ ਨੂੰ ਵੇਖਦਿਆਂ ਸਰਕਾਰ ਅੰਦੋਲਨ ਸੰਬੰਧੀ ਕੋਈ ਵੀ ਨੀਤੀ ਤਿਆਰ ਕਰੂਗੀ ਅਤੇ ਇਹਨਾਂ ਸੂਬਿਆਂ ਦੀ ਸਿਆਸਤ ਵੀ ਅੰਦੋਲਨ ਸੰਬੰਧੀ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰੂਗੀ। ਸਰਕਾਰ ਨੇ ਜਿਹੜਾ ਵੀ ਫੈਸਲਾ ਲੈਣਾ ਹੋਇਆ ਇਹਨਾਂ ਦੋਵਾਂ ਸੂਬਿਆਂ ਦੀ ਸਿਆਸਤ ਅਤੇ ਚੋਣਾਂ ਨੂੰ ਵੇਖ ਕੇ ਹੀ ਕੀਤਾ ਜਾਊਗਾ ਤਾਂ ਕਿ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਲਾਭ ਹਾਸਲ ਕੀਤਾ ਜਾ ਸਕੇ ਅਤੇ ਘੱਟ ਤੋਂ ਘੱਟ ਨੁਕਸਾਨ ਹੋਵੇ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਭਾਰਤ ਦੇਸ਼ ਵਿੱਚ ਕੋਈ ਵੀ ਫੈਸਲਾ ਲੈਣਾ ਹੋਵੇ ਤਾਂ ਸਿਆਸਤ ਅਤੇ ਪੋਲੀਟਿਕਸ ਨੂੰ ਵੇਖ ਕੇ ਹੀ ਲਿਆ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਜਦੋਂ ਬਿਹਾਰ ਸੂਬੇ ਦੀਆਂ ਅਸੈਂਬਲੀ ਚੋਣਾਂ ਦੇ ਨਤੀਜੇ ਆਏ ਸੀ ਤਾਂ ਉਸ ਨੇ ਕੇਂਦਰ ਵਿੱਚ ਸਰਕਾਰ ਚਲਾ ਰਹੀ ਪਾਰਟੀ ਨੂੰ ਕਾਫੀ ਉਤਸ਼ਾਹ ਦਿੱਤਾ ਅਤੇ ਮੀਡੀਆ ਦੇ ਰੋਲ ਦੀ ਅਸੀਂ ਵਾਰ-ਵਾਰ ਚਰਚਾ ਕੀਤੀ ਹੈ ਤੇ ਇੱਕ ਵਾਰ ਫਿਰ ਇੱਥੇ ਮੀਡੀਆ ਦਾ ਵੀ ਬਹੁਤ ਅਹਿਮ ਰੋਲ ਬਣਦਾ ਹੈ। ਸਰਕਾਰ ਦੇ ਪੱਖ ਵਿੱਚ ਬੋਲਣ ਵਾਲਾ ਸਾਡੇ ਦੇਸ਼ ਦਾ ਮੀਡੀਆ ਜਾਂ ਜਿਹਨੂੰ ਗੋਦੀ ਮੀਡੀਆ ਅਸੀਂ ਸਾਰੇ ਚੰਗੀ ਤਰ੍ਹਾਂ ਹੁਣ ਜਾਣਦੇ ਹਾਂ, ਉਸ ਮੀਡੀਆ ਨੇ ਵੀ ਲਗਾਤਾਰ ਸਰਕਾਰ ਦੇ ਪੱਖ ਵਿੱਚ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਮਾਹੌਲ ਬਣਾਉਣਾ ਜਾਰੀ ਰੱਖਿਆ। ਤੁਸੀਂ ਇੱਕ ਚੀਜ਼ ਨੋਟ ਕਰਿਓ, ਜਿੱਦਣ ਵੀ ਸਰਕਾਰ ਦੀ ਕਿਸਾਨਾਂ ਦੇ ਨਾਲ ਗੱਲਬਾਤ ਹੋਣੀ ਹੁੰਦੀ ਹੈ ਉਸ ਦਿਨ ਸਾਡੇ ਦੇਸ਼ ਦਾ ਮੀਡੀਆ ਸਾਰਾ ਦਿਨ ਇਹੀ ਹੈਡਲਾਈਨ ਚਲਾਉਂਦਾ ਹੈ ਕਿ आज निकलेगा समाधान, आज होगा ਅੰਦੋਲਨ ਖਤਮ, आज बनेगी बात। ਇਹ ਗੱਲ ਉਹ ਬਿਨਾਂ ਕਿਸੇ ਸਬੂਤ ਦੇ, ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਆਪ ਕਿਵੇਂ ਕਹਿ ਸਕਦੇ ਆ ਕਿ ਅੱਜ ਅੰਦੋਲਨ ਖਤਮ ਹੋ ਜਾਊਗਾ ਜਾਂ ਅੱਜ ਹੱਲ ਨਿਕਲ ਆਉਣਾ ਹੈ। ਦਰਅਸਲ ਇੱਦਾਂ ਉਹ ਸਿਰਫ ਇਸ ਕਰਕੇ ਕਰ ਰਹੇ ਆ ਸਰਕਾਰ ਦੀ ਪਿੱਠ ਥਾਪੜਨ ਦੇ ਲਈ ਕਿ ਸਰਕਾਰ ਕੋਸ਼ਿਸ਼ ਕਰ ਰਹੀ ਆ, ਸਰਕਾਰ ਨੇ ਅੱਜ ਆਪਣੇ ਵੱਲੋਂ ਅੰਦੋਲਨ ਖਤਮ ਕਰਵਾ ਦੇਣਾ ਆ, ਜੇ ਗੱਲ ਨਾ ਬਣੀ ਤਾਂ ਕਿਸਾਨਾਂ ਕਰਕੇ ਨਹੀਂ ਬਣਨੀ। ਇਹ ਹੈ ਸਾਡੇ ਦੇਸ਼ ਦਾ ਮੀਡੀਆ ਜੋ ਇਹ ਸੰਦੇਸ਼ ਦਿੰਦਾ ਹੈ ਇਹੋ ਜਿਹੀਆਂ ਭੜਕਾਊ ਅਤੇ ਸਨਸਨੀਖੇਜ਼ ਹੈਡਲਾਈਨ ਬਣਾ ਕੇ। ਉਹ ਸਾਰਾ ਕ੍ਰੈਡਿਟ, ਸਾਰਾ ਸਿਰਾ ਸਰਕਾਰ ਦੇ ਸਿਰ ਬੰਨ੍ਹਣਾ ਚਾਹੁੰਦਾ ਹੈ ਅਤੇ ਜੇ ਗੱਲਬਾਤ ਨਹੀਂ ਚੱਲਦੀ ਜਾਂ ਨਹੀਂ ਕਿਸੇ ਬੰਨੇ ਕੰਢੇ ਲੱਗਦੀ ਤਾਂ ਇਹਦਾ ਕਸੂਰ ਉਹ ਕਿਸਾਨਾਂ ਦਾ ਕੱਢਣਾ ਚਾਹੁੰਦਾ ਹੈ। ਇਸ ਲਈ ਭਾਰਤ ਦਾ ਗੋਦੀ ਮੀਡੀਆ ਵਾਰ-ਵਾਰ ਮੀਟਿੰਗ ਵਾਲੇ ਦਿਨ ਅੰਦੋਲਨ ਖਤਮ ਹੋਣ ਦੀਆਂ ਅਤੇ ਹੱਲ ਨਿਕਲਣ ਦੀਆਂ ਗੱਲਾਂ ਕਰਦਾ ਹੈ। ਇਹ ਗੱਲ ਸਾਡੇ ਦੇਸ਼ ਦੇ ਨਾਗਰਿਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿ ਸਾਡੇ ਦੇਸ਼ ਦਾ ਮੀਡੀਆ, ਵਿਕਾਊ ਮੀਡੀਆ, ਗੋਦੀ ਮੀਡੀਆ ਪੂਰੀ ਤਰ੍ਹਾਂ ਸਰਕਾਰ ਦੇ ਪੱਖ ਵਿੱਚ ਅਤੇ ਅੰਦੋਲਨ ਦੇ ਖਿਲਾਫ ਹੀ ਵਿਚਰਦਾ ਰਿਹਾ ਹੈ। ਇੱਕ ਚੀਜ਼ ਹੋਰ ਧਿਆਨ ਦੇਣ ਵਾਲੀ ਹੈ ਕਿ ਸਿਰਫ ਦੇਸ਼ ਦਾ ਗੋਦੀ ਮੀਡੀਆ ਹੀ ਨਹੀਂ, ਸਾਡੇ ਪੰਜਾਬ ਵਿੱਚੋਂ ਚੱਲਦੇ ਕੁਝ ਆਨਲਾਈਨ ਸੋਸ਼ਲ ਮੀਡੀਆ ਚੈਨਲਸ, ਕੁਝ YouTube ਚੈਨਲਸ, ਕੁਝ ਆਨਲਾਈਨ ਚੈਨਲਸ ਉਹ ਵੀ ਅਜਿਹੇ ਆ ਕਿ ਲਗਾਤਾਰ ਸਨਸਨੀਖੇਜ਼ ਹੈਡਲਾਈਨਸ, ਅੰਦੋਲਨ ਵਿੱਚ ਸ਼ਾਮਲ ਲੀਡਰਾਂ ਦੇ ਬਿਆਨਾਂ ਨੂੰ ਵਧਾ ਚੜ੍ਹਾ ਕੇ ਜਾਂ ਉਹਨਾਂ ਦੇ ਆਪਸ ਵਿੱਚ ਪਾਟਕ ਪੈਣ, ਦਰਾੜ ਪੈਣ, ਇਕੱਠੇ ਨਾ ਹੋਣ ਦੀਆਂ ਖਬਰਾਂ ਵੀ ਲਗਾਤਾਰ ਸਨਸਨੀਖੇਜ਼ ਬਣਾ ਕੇ ਪੇਸ਼ ਕਰਦੇ ਆ। ਖੇਤੀ ਕਾਨੂੰਨਾਂ ਸੰਬੰਧੀ ਕੌਣ ਕੀ ਕਹਿ ਰਿਹਾ ਉਹਦੀਆਂ ਗੱਲਾਂ ਨੂੰ ਵਧਾ ਚੜ੍ਹਾ ਕੇ ਇਹ ਚੈਨਲ ਵੀ ਪੇਸ਼ ਕਰਦੇ ਆ। ਇਹਨਾਂ ਦਾ ਮਕਸਦ ਸਿਰਫ ਇੰਨਾ ਹੈ ਕਿ ਇਹਨਾਂ ਨੂੰ ਕੁਝ ਹੋਰ ਵਿਊਜ਼ ਮਿਲ ਜਾਣ, ਕੁਝ ਹੋਰ ਦਰਸ਼ਕ ਮਿਲ ਜਾਣ, ਕੁਝ ਇਹਨਾਂ ਦੀ ਗਿਣਤੀ ਵੱਧ ਜਾਵੇ। ਸਿਰਫ ਇਸੇ ਚੱਕਰ 'ਚ ਇਹ ਵੀ ਜਾਣੇ ਅਣਜਾਣੇ ਵਿੱਚ ਅੰਦੋਲਨ ਨੂੰ ਬਹੁਤ ਢਾਹ ਲਾ ਰਹੇ ਆ। ਇਹਨਾਂ ਚੈਨਲਾਂ ਨੂੰ ਵੀ ਇਹੋ ਜਿਹੀਆਂ
ਖਬਰਾਂ ਸਨਸਨੀਖੇਜ਼ ਤਰੀਕੇ ਨਾਲ ਵਿਖਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਰਸ਼ਕਾਂ ਨੂੰ ਵੀ ਅਜਿਹੇ ਚੈਨਲਾਂ ਤੋਂ ਕਿਨਾਰਾ ਕਰਕੇ ਇਹਨਾਂ ਨੂੰ ਬਾਹਲੀ ਤਰਜੀਹ ਨਹੀਂ ਦੇਣੀ ਚਾਹੀਦੀ ਜੋ ਸਿਰਫ ਕੁਝ ਵਿਊਜ਼ ਦੀ ਖਾਤਰ ਅੰਦੋਲਨ ਦਾ ਅਕਸ ਖਰਾਬ ਕਰਦੇ ਨੇ, ਚਾਹੇ ਉਹ ਨੈਸ਼ਨਲ ਮੀਡੀਆ ਹੋਵੇ, ਚਾਹੇ ਉਹ ਇੱਥੋਂ ਪੰਜਾਬ ਜਾਂ ਪੰਜਾਬੀ ਦਾ ਮੀਡੀਆ ਹੋਵੇ। ਕੁੱਲ ਮਿਲਾ ਕੇ ਸਾਰੀ ਗੱਲਬਾਤ ਦਾ ਜੇ ਕੁਝ ਸਾਰ ਕੱਢਣਾ ਹੋਵੇ ਕਿਸਾਨ ਅੰਦੋਲਨ ਦੀ ਇਸ ਵੇਲੇ ਦੀ ਸਥਿਤੀ ਦਾ, ਜੇ ਆਪਾਂ ਸਾਰ ਕੱਢਣਾ ਹੋਵੇ ਤਾਂ ਇੱਕ ਚੀਜ਼ ਪੱਕੀ ਹੈ ਕਿ ਸਰਕਾਰ ਦੇ ਨੱਕ ਦਮ ਹੋਇਆ ਪਿਆ। ਸਰਕਾਰ ਅੰਦਰੋਂ ਔਖੀ ਹੈ, ਬਾਹਰੋਂ ਵਿਖਾ ਨਹੀਂ ਰਹੀ, ਪਰ ਅੰਦਰੋਂ ਉਹਦੇ ਲਈ ਕਾਫੀ ਪਰੇਸ਼ਾਨੀ ਖੜੀ ਹੋਈ ਹੈ, ਕਿਉਂਕਿ ਅੰਦੋਲਨ ਜਿਵੇਂ ਜਿਵੇਂ ਅੱਗੇ ਵਧਦਾ ਜਾ ਰਿਹਾ ਹੈ, ਉਹਨਾਂ ਨੇ ਸੋਚਿਆ ਨਹੀਂ ਸੀ ਕਿ ਇੰਨਾ ਅੱਗੇ ਜਾਊਗਾ ਅਤੇ ਇੰਨਾ ਤਾਕਤਵਰ ਹੁੰਦਾ ਜਾਊਗਾ। ਉਹਨਾਂ ਦੀ ਨੀਤੀ ਇਹ ਸੀ ਕਿ ਅੰਦੋਲਨ ਜਿੰਨਾ ਲਮਕੂਗਾ ਉਨਾ ਕਮਜ਼ੋਰ ਹੋ ਕੇ ਹੌਲੀ ਹੌਲੀ ਬਹਿ ਜਾਊਗਾ, ਲੋਕੀ ਥੱਕ ਕੇ ਅੱਕ ਕੇ ਘਰਾਂ ਨੂੰ ਮੁੜ ਜਾਣਗੇ। ਪਰ ਅਜਿਹਾ ਹੋਇਆ ਨਹੀਂ, ਲੋਕਾਂ ਦੀ ਗਿਣਤੀ ਸਗੋਂ ਵੱਧਦੀ ਜਾ ਰਹੀ ਹੈ। ਸਰਕਾਰ ਦੇ ਸਾਰੇ ਅੰਦਾਜ਼ੇ ਅਤੇ ਜੋ ਵੀ ਉਹਨਾਂ ਨੇ ਗਿਣਤੀਆਂ ਮਿਣਤੀਆਂ ਕੀਤੀਆਂ ਸੀ ਉਹ ਸਹੀ ਸਾਬਤ ਨਹੀਂ ਹੋਈਆਂ, ਸਗੋਂ ਉਲਟਾ ਪੈ ਗਿਆ ਉਹਨਾਂ ਨੂੰ ਸਾਰਾ ਇਹ ਵਰਤਾਰਾ। ਕੁਝ ਸ਼ੰਕਾਵਾਂ ਇਹ ਵੀ ਸੀ ਕਿ ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂ ਇੱਕੋ ਮੰਚ ਉੱਤੇ ਟਿਕੇ ਰਹਿਣਗੇ, ਉਹ ਵੀ ਟਿਕੇ ਰਹੇ ਆ, ਉਹਨਾਂ ਵਿੱਚ ਆਪਸ 'ਚ ਕੋਈ ਦਰਾੜ ਨਹੀਂ ਪਈ ਅਤੇ ਕੋਈ ਵੀ ਕਿਸਾਨ ਆਗੂ ਆਪਣੀ ਗੱਲ ਤੋਂ ਥਿੜਕ ਵੀ ਨਹੀਂ ਸਕਿਆ, ਕੋਈ ਪਿੱਛੇ ਵੀ ਨਹੀਂ ਹਟ ਸਕਿਆ, ਜਾਂ ਕਹਿ ਲਓ ਕਿ ਹਟਣ ਦੀ ਕੋਸ਼ਿਸ਼ ਨਹੀਂ ਕਰ ਸਕਿਆ। ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਜਿਸ ਜੋਸ਼ ਦੇ ਨਾਲ, ਜਿਸ ਜਜ਼ਬੇ ਦੇ ਨਾਲ ਦਿੱਲੀ ਵਿੱਚ ਕਿਸਾਨ ਅਤੇ ਖਾਸ ਕਰ ਨੌਜਵਾਨ ਡਟੇ ਹੋਏ ਆ, ਉਹਨਾਂ ਦੀ ਹਿੰਮਤ ਨੇ ਕਿਸੇ ਵੀ ਕਿਸਾਨ ਆਗੂ ਨੂੰ ਪਿੱਛੇ ਨਹੀਂ ਹਟਣ ਦੇਣਾ, ਆਪਣੀ ਗੱਲ ਤੋਂ ਪਰੇ 1 ਇੰਚ ਵੀ ਨਹੀਂ ਹੋਣ ਦੇਣਾ। ਇਹ ਸਾਫ਼ ਸਪਸ਼ਟ ਹੋ ਰਿਹਾ ਹੈ। ਅਜਿਹੇ ਵਿੱਚ ਕੋਈ ਵੀ ਕਿਸਾਨ ਆਗੂ ਸਰਕਾਰ ਦੀਆਂ ਗੱਲਾਂ ਵਿੱਚ ਆਉਣ ਦੀ ਹਿੰਮਤ ਨਹੀਂ ਕਰੂਗਾ, ਕਿਉਂਕਿ ਅੰਦੋਲਨ ਬਹੁਤ ਇਕਜੁੱਟਤਾ ਦੇ ਨਾਲ, ਸ਼ਕਤੀ ਨਾਲ ਅਤੇ ਸੰਜਮ ਨਾਲ ਅੱਗੇ ਵੱਧਦਾ ਹੀ ਜਾ ਰਿਹਾ ਹੈ। ਅਜਿਹੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਉਹਨਾਂ ਦੇ ਆਗੂ ਵੀ ਪਿੱਛੇ ਨਹੀਂ ਮੁੜ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਧਰਨੇ ਵਿੱਚ ਬੈਠੇ ਲੋਕ ਅਤੇ ਨੌਜਵਾਨ ਪਿੱਛੇ ਮੁੜਨ ਵਾਲੇ ਨਹੀਂ। ਨਵੇਂ ਸਾਲ ਦੇ ਸ਼ੁਰੂ ਵਿੱਚ ਅਤੇ ਪਿਛਲੇ ਸਾਲ ਦੇ ਅੰਤ ਵਾਲੇ ਦਿਨ ਇਹ ਭਾਰੀ ਠੰਡ ਦੇ ਦਿਨ ਹੁੰਦੇ ਆ। ਇਹ ਠੰਡ ਦੇ ਦਿਨ ਵੀ ਹੁਣ ਕਿਸਾਨਾਂ ਨੇ ਲੰਘਾ ਲਏ ਆ। ਅੱਗੇ ਕੁਝ ਹਫ਼ਤਿਆਂ ਬਾਅਦ ਮੌਸਮ ਵੀ ਖੁੱਲ੍ਹ ਜਾਣਾ, ਪੱਧਰਾ ਹੋ ਜਾਣਾ ਅਤੇ ਭਾਰੀ ਠੰਡ ਦਾ ਸਾਹਮਣਾ ਅੰਦੋਲਨ ਕਰ ਰਹੇ ਲੋਕਾਂ ਨੂੰ ਨਹੀਂ ਕਰਨਾ ਪੈਣਾ। ਅਜਿਹੇ ਵਿੱਚ ਅੰਦੋਲਨ ਉਦੋਂ ਹੋਰ ਵੀ ਜ਼ਿਆਦਾ ਅੱਗੇ ਵੱਧ ਸਕਦਾ, ਹੋਰ ਤੇਜ਼ ਹੋ ਸਕਦਾ ਹੈ, ਉੱਥੇ ਲੋਕਾਂ ਦੀ ਗਿਣਤੀ ਹੋਰ ਜ਼ਿਆਦਾ ਵੱਧ ਸਕਦੀ ਹੈ ਅਤੇ ਜਦੋਂ ਅੰਦੋਲਨ ਵਧੇਗਾ ਤਾਂ ਸਰਕਾਰ 'ਤੇ ਦਬਾਅ ਵੀ ਵਧੂਗਾ। ਇਹ ਗੱਲ ਪੱਕੀ ਹੈ ਅਤੇ 26 ਜਨਵਰੀ ਅਤੇ ਉਹਦੇ ਆਸ-ਪਾਸ ਦੇ ਦਿਨ ਬਹੁਤ ਅਹਿਮ ਹੋਣਗੇ, ਜਦੋਂ ਇੱਕ ਪਾਸੇ ਗਣਤੰਤਰ ਦਿਵਸ ਦੀ ਪਰੇਡ ਚੱਲਣੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਨੇ ਆਪਣੀ ਪਰੇਡ ਪੈਰਲਲ ਯਾਨੀ ਬਰਾਬਰ ਚਲਾਉਣੀ ਹੈ। ਉਹ ਦਿਨ ਬਹੁਤ ਅਹਿਮ ਹੋਣਗੇ। ਕਿਸਾਨੀ ਸੰਘਰਸ਼ ਨੇ ਜੋ ਦਬਾਅ ਬਣਾਇਆ ਸਰਕਾਰ ਉੱਤੇ, ਇਸ ਦਬਾਅ ਨੂੰ ਜੇ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇ ਤਾਂ ਇਸੇ ਵਿੱਚ ਹੀ ਜਿੱਤ ਲੁਕੀ ਹੋਈ ਹੈ। ਇੱਥੋਂ ਹੀ ਜਿੱਤ ਮਿਲਣੀ ਹੈ, ਕਿਉਂਕਿ ਜਿੱਤ ਹੀ ਇਸ ਅੰਦੋਲਨ ਦਾ ਅਸਲੀ ਮੁਕਾਮ ਨਜ਼ਰ ਆ ਰਿਹਾ ਹੈ। ਆਸ ਕਰਦੇ ਹਾਂ ਕਿ ਸਰਕਾਰ ਵੀ ਇਸ ਅਸਲ ਤਸਵੀਰ ਨੂੰ ਸਮਝਦੇ ਹੋਏ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੂਗੀ ਅਤੇ ਕਿਸਾਨੀ ਸੰਘਰਸ਼ ਦੀ ਅਤੇ ਦੇਸ਼ ਦੇ ਲੋਕਾਂ ਦੀ ਇਹ ਬਹੁਤ ਵੱਡੀ ਜਿੱਤ ਹੋਊਗੀ। ਆਸ ਹੈ ਕਿ ਇਸ ਐਪੀਸੋਡ ਰਾਹੀਂ ਤੁਸੀਂ ਇਸ ਵੇਲੇ ਦੀ ਕਿਸਾਨ ਅੰਦੋਲਨ ਦੀ ਤਾਜ਼ਾ ਸਥਿਤੀ ਨੂੰ ਸਮਝ ਗਏ ਹੋਵੋਗੇ। ਸਰਕਾਰ ਦੀ ਕੀ ਨੀਤੀ ਹੈ, ਕਿਸਾਨ ਜਥੇਬੰਦੀਆਂ ਦੀ ਕੀ ਨੀਤੀ ਹੈ ਅਤੇ ਅੱਗੇ ਕੀ ਹੋਣ ਦੀ ਸੰਭਾਵਨਾ ਹੈ, ਇਹਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਅਤੇ ਜੇ ਐਪੀਸੋਡ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਹੋਰਨਾਂ ਲੋਕਾਂ ਤੱਕ ਵੀ ਜ਼ਰੂਰ ਸਾਂਝਾ ਕਰਿਓ, ਤਾਂ ਕਿ ਸਾਰੇ ਇਸ ਅੰਦੋਲਨ ਦੇ ਨਾਲ ਚੰਗੀ ਤਰ੍ਹਾਂ ਜੁੜ ਸਕਣ ਅਤੇ ਇਹਨੂੰ ਸਮਝ ਵੀ ਸਕਣ। ਤੁਸੀਂ ਆਪਣੀ ਰਾਏ, ਤੁਸੀਂ ਕੋਈ ਗੱਲ ਹੋਰ ਇਹਦੇ ਵਿੱਚ ਕਹਿਣੀ ਚਾਹੁੰਦੇ ਆ ਤਾਂ ਹੇਠਾਂ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ। ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਅਸੀਂ ਪ੍ਰੋਗਰਾਮ ਦਾ ਹਿੱਸਾ ਅੱਗੇ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਆਪਣੇ ਕਮੈਂਟਸ ਸਾਡੇ ਤੱਕ ਜ਼ਰੂਰ ਹੇਠਾਂ ਲਿਖ ਕੇ ਭੇਜਿਓ। ਅੱਜ ਦਾ ਇਹ ਪ੍ਰੋਗਰਾਮ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।